ਜੇਕਰ ਕੋਈ ਇਨਸਾਨ ਦੂਸਰਾ ਵਿਆਹ ਕਰਾਉਣਾ ਚਾਹੁੰਦਾ ਹੈ ਜਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਚਾਹੁੰਦਾ ਹੈ, ਅੱਜ ਮੈਂ ਤੁਹਾਡੇ ਨਾਲ ਉਸ ਦੇ ਬਾਰੇ ਕਾਨੂੰਨੀ ਜਾਣਕਾਰੀ ਦਿਆਂਗਾ ਕਿਉਂਕਿ ਇਹ ਵਿਸ਼ਾ ਇੱਕ ਅੱਜ ਦੀ ਸੋਸਾਇਟੀ ਦੇ ਵਿੱਚ, ਅੱਜ ਦੇ ਸਮਾਜ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਬਣ ਚੁੱਕਿਆ ਹੈ। ਕਿਸਮਤ ਮਾੜੀ ਹੋਵੇ ਜੇਕਰ ਕਿਸੇ ਨੂੰ ਕੋਈ ਕੁਪੱਤੀ ਜਿਹੜੀ ਹੈ ਘਰ ਵਾਲੀ ਮਿਲ ਜਾਵੇ ਔਰ ਉਸ ਦਾ ਜੀਣਾ ਦੁੱਭਰ ਕਰ ਦੇਵੇ ਅਤੇ ਨਾਰਾਜ਼ ਹੋ ਕੇ ਕਿਸੇ ਬॉयਫ੍ਰੈਂਡ ਨਾਲ ਜਾ ਕੇ ਰਹਿਣ ਲੱਗ ਜਾਵੇ ਤੇ ਉਸ ਤੋਂ ਇਲਾਵਾ ਉਹ ਤੁਹਾਡੇ ਤੇ ਕਈ ਕਿਸਮ ਦੇ ਮੁਕੱਦਮੇ ਕਰ ਦੇਵੇ ਤਾਂ ਜਿਹੜਾ ਹੈ ਜੀਣਾ ਜਿਹੜਾ ਬਹੁਤ ਦੁੱਭਰ ਹੋ ਜਾਂਦਾ ਹੈ। ਤਲਾਕ ਲੈਣਾ ਇੱਕ ਜਿਹੜਾ ਹੈ ਇਨਸਾਨ ਦੇ ਉੱਤੇ ਭਿਆਨਕ ਸੁਪਨੇ ਦੀ ਤਰ੍ਹਾਂ ਬਣ ਜਾਂਦਾ ਹੈ। ਇਹ ਗੱਲ ਨਹੀਂ, ਅੱਜ ਕੱਲ੍ਹ ਜਿਹੜਾ ਹੈ ਹਸਬੈਂਡ ਨੂੰ ਵੀ ਤਲਾਕ ਮਿਲ ਜਾਂਦਾ ਹੈ, ਲੇਕਿਨ ਉਸ ਦੇ ਜਿਹੜੇ ਹੈ ਗਰਾਊਂਡਸ ਹੋਣੇ ਚਾਹੀਦੇ ਹੈ ਅਤੇ ਨਾਲ ਉਸ ਦਾ ਇੱਕ ਸਬੂਤ ਹੋਣਾ ਚਾਹੀਦਾ ਹੈ। ਕਚਹਿਰੀਆਂ ਅਤੇ ਪੁਲਿਸ ਸਟੇਸ਼ਨ ਅੱਜ ਕੱਲ੍ਹ ਪਰਿਵਾਰਕ ਝਗੜਿਆਂ ਨਾਲ ਭਰੀਆਂ ਪਈਆਂ ਹਨ। ਇਹਨਾਂ ਦੇ ਵਿੱਚ ਤਕਰੀਬਨ ਜਿਹੜੀਆਂ ਘਰ ਵਾਲੀਆਂ ਜ਼ਿਆਦਾਤਰ ਜਿਹੜੀਆਂ ਕੇਸ ਆਪਣੇ ਘਰ ਵਾਲਿਆਂ 'ਤੇ ਕਰ ਦਿੰਦੀਆਂ ਹਨ ਅਤੇ FIR ਵੀ ਦਰਜ ਕਰਾ ਦਿੰਦੀਆਂ ਹਨ, ਜਿਨ੍ਹਾਂ ਦੇ ਵਿੱਚ 90% ਜਿਹੜੇ ਹੈ ਝੂਠੇ ਕੇਸ ਪਾਏ ਜਾਂਦੇ ਹਨ। ਘਰ ਵਾਲੀ ਆਪਣੇ ਘਰ ਵਾਲੇ ਨਾਲ ਰੁੱਸ ਕੇ ਚਲੀ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਹੈ ਪਤੀ ਦਾ ਜਿਹੜਾ ਹੈ ਜੀਣਾ ਦੁੱਭਰ ਹੋ ਜਾਂਦਾ ਹੈ। ਜੇ ਉਹ ਤਲਾਕ ਲੈਣਾ ਚਾਹੇ ਤਾਂ ਘਰ ਵਾਲੀ ਤਲਾਕ ਨਹੀਂ ਦਿੰਦੀ ਔਰ ਉਸ ਤੋਂ ਇਲਾਵਾ ਉਹਨੂੰ ਹੋਰ ਪਰੇਸ਼ਾਨ ਕਰਦੀ ਹੈ। ਪਤਨੀ ਜਿਹੜੀ ਹੈ ਉਹ ਨਾਰਾਜ਼ ਹੋ ਕੇ ਆਪਣੇ ਬॉयਫ੍ਰੈਂਡ ਨਾਲ ਜਾ ਕੇ ਰਹਿਣ ਲੱਗ ਜਾਂਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਪਤੀ ਵਿਚਾਰਾ ਕੀ ਕਰੇ। ਜੇ ਪਤੀ ਤਲਾਕ ਵਾਸਤੇ ਅਪਲਾਈ ਕਰਦਾ ਹੈ ਤਾਂ ਉਸ ਨੂੰ ਤਲਾਕ ਛੇਤੀ ਦੇ ਕੇ ਮਿਲਦਾ ਨਹੀਂ। 4-5 ਸਾਲ ਜਿਹੜੇ ਹੈ ਕੇਸ ਦੇ ਵਿੱਚ ਲੰਘ ਜਾਂਦੇ ਹਨ। ਉਸ ਤੋਂ ਬਾਅਦ ਫਿਰ ਜਿਹੜੀ ਹੈ ਅਗਰ ਤਲਾਕ ਮਿਲ ਵੀ ਜਾਂਦਾ ਹੈ ਤਾਂ ਘਰ ਵਾਲੀ ਜਿਹੜੀ ਹੈ ਉਹ ਉਸ ਦੀ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੰਦੀ ਹੈ ਅਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਦਿੰਦੀ ਹੈ। ਇਸ ਤਰ੍ਹਾਂ ਜਿਹੜੀ ਹੈ ਜ਼ਿੰਦਗੀ ਦੇ 20-25 ਸਾਲ ਮੁਕੱਦਮੇਬਾਜ਼ੀ ਵਿੱਚ ਨਿਕਲ ਜਾਂਦੇ ਹਨ ਅਤੇ ਫਿਰ ਪਤੀ ਵਿਚਾਰਾ ਕੀ ਕਰੇ। ਉਸ ਦੇ ਕੋਲ ਸਿਰਫ 2 ਹੀ ਰਾਸਤੇ ਬਚਦੇ ਹਨ, ਜਾਂ ਤਾਂ ਉਹ ਦੂਸਰਾ ਵਿਆਹ ਕਰਵਾ ਲਵੇ ਅਤੇ ਜਾਂ ਫਿਰ ਕਿਸੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਜਾਵੇ। ਅੱਜ ਦਾ ਜਿਹੜਾ ਮੇਰੇ ਵੀਡੀਓ ਦਾ ਵਿਸ਼ਾ ਹੈ ਇਹ ਦੂਸਰੇ ਵਿਆਹ ਬਾਰੇ ਜਾਣਕਾਰੀ ਦਿਆਂਗਾ ਅਤੇ ਨਾਲ ਹੀ ਮੈਂ ਲਿਵ ਇਨ ਰਿਲੇਸ਼ਨਸ਼ਿਪ ਬਾਰੇ ਜੋ ਕਾਨੂੰਨੀ ਨੁਕਤੇ ਹਨ, ਕਾਨੂੰਨ ਦੇ ਵਿੱਚ ਜੋ ਮਹੱਤਤਾ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ। ਪਤੀ ਦੇ ਵਿੱਚ ਦੂਸਰਾ ਵਿਆਹ ਕਰਾਉਣ ਦੇ ਖਿਆਲ ਆਉਣਾ ਇੱਕ ਸੁਭਾਵਿਕ ਅਤੇ ਕੁਦਰਤੀ ਗੱਲ ਹੈ ਕਿਉਂਕਿ ਹਰ ਇਨਸਾਨ ਜਿੰਦਾ ਕਿਹਦੇ ਵਾਸਤੇ ਹੈ ਜਾਂ ਕਿਸ ਲਈ ਜਿੰਦਾ ਹੈ? ਉਹ ਜਿੰਦਾ ਹੈ ਆਪਣੇ ਬੱਚਿਆਂ ਲਈ ਅਤੇ ਆਪਣੇ ਪਰਿਵਾਰ ਲਈ। ਜੇ ਉਹਦੇ ਕੋਲ ਬੱਚੇ ਨਹੀਂ ਹੋਣਗੇ ਤਾਂ ਉਹ ਕਿਸ ਲਈ ਜੀਏਗਾ ਅਤੇ ਕਿਸ ਲਈ ਕਮਾਵੇਗਾ। ਇਸ ਕਰਕੇ ਜਿਹੜੀ ਹੈ ਮੇਰਾ ਜਿਹੜਾ ਹੈ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਕੱਲ੍ਹ ਹਰ ਆਦਮੀ ਸਿਰਫ ਇੱਕ ਪਤਨੀ ਹੀ ਰੱਖ ਸਕਦਾ ਹੈ। ਇਹ ਐਕਟ 1955 ਦੇ ਵਿੱਚ ਆਇਆ ਹਿੰਦੂ ਮੈਰਿਜ ਐਕਟ, ਜਿਸ ਦੇ ਰਾਹੀਂ ਇਹ ਰਿਸਟ੍ਰਿਕਸ਼ਨ ਲਗਾ ਦਿੱਤੀ ਗਈ ਹੈ ਕਿ ਇੱਕ ਆਦਮੀ ਸਿਰਫ ਇੱਕ ਹੀ ਪਤਨੀ ਰੱਖ ਸਕਦਾ ਹੈ ਅਤੇ ਜਿਹੜੀ ਹੈ ਔਰਤ ਹੈ ਉਹ ਵੀ ਸਿਰਫ ਇੱਕ ਪਤੀ ਹੀ ਰੱਖ ਸਕਦੀ ਹੈ। 1955 ਤੋਂ ਪਹਿਲਾਂ ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ, ਇੱਕ ਹਿੰਦੂ ਜਿੰਨੇ ਮਰਜ਼ੀ ਵਿਆਹ ਕਰਾ ਸਕਦਾ ਸੀਗਾ ਅਤੇ ਉਸ ਤੋਂ ਬਾਅਦ ਜਿਹੜੀ ਹੈ ਇਹ ਰਿਸਟ੍ਰਿਕਸ਼ਨ ਲੱਗੀ ਹੈ। ਜਿਹੜਾ ਹਿੰਦੂ ਮੈਰਿਜ ਐਕਟ ਹੈ ਇਹ ਲਾਗੂ ਹੁੰਦਾ ਹੈ ਹਿੰਦੂਆਂ 'ਤੇ, ਸਿੱਖਸ 'ਤੇ, ਬੁੱਧਿਸਟ ਅਤੇ ਜੈਨਸ 'ਤੇ। ਇਹ ਚਾਰੇ ਧਰਮ ਹੀ ਜਿਹੜਾ ਹੈ ਹਿੰਦੂ ਐਕਟ ਰਾਹੀਂ ਕਵਰ ਕੀਤੇ ਗਏ ਹਨ। ਅਗਰ ਕੋਈ ਇਨਸਾਨ ਅੱਜ ਇਸ ਤੋਂ ਇਲਾਵਾ ਇੱਕ ਪਤਨੀ ਤੋਂ ਇਲਾਵਾ ਹੋਰ ਕੋਈ ਰਿਸ਼ਤਾ ਬਣਾਉਂਦਾ ਹੈ ਤਾਂ ਉਸ ਰਿਸ਼ਤੇ ਨੂੰ ਜਿਹੜਾ ਹੈ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਕਾਨੂੰਨ ਦੇ ਵਿੱਚ ਉਸ ਰਿਸ਼ਤੇ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ। ਸੈਕਸ਼ਨ 494 ਇੰਡੀਅਨ ਪੀਨਲ ਕੋਡ ਰਾਹੀਂ ਅਗਰ ਕੋਈ ਆਦਮੀ ਜਾਂ ਔਰਤ ਪਹਿਲੇ ਪਤੀ ਜਾਂ ਪਤਨੀ ਦੇ ਹੁੰਦੇ ਕੋਈ ਦੂਸਰਾ ਵਿਆਹ ਕਰਾਉਂਦਾ ਹੈ ਤਾਂ ਜਿਹੜਾ ਹੈ ਉਹ ਧਾਰਾ 494 ਦੇ ਤਹਿਤ ਜਿਹੜਾ ਹੈ ਜੁਰਮ ਮੰਨਿਆ ਜਾਂਦਾ ਹੈ। ਸੈਕਸ਼ਨ 494 ਇੰਡੀਅਨ ਪੀਨਲ ਕੋਡ ਰਾਹੀਂ ਦੂਸਰਾ ਵਿਆਹ ਕਰਾਉਣ 'ਤੇ ਆਦਮੀ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ, ਲੇਕਿਨ 2 ਹਾਲਾਤਾਂ ਦੇ ਵਿੱਚ ਜਿਹੜਾ ਉਸ ਧਾਰਾ ਦੇ ਅੰਦਰ ਦੱਸਿਆ ਗਿਆ ਹੈ ਜਿਹੜਾ ਹੈ ਪਤੀ ਜਿਹੜਾ ਦੂਸਰਾ ਵਿਆਹ ਕਰਾ ਸਕਦਾ ਹੈ। ਜੇਕਰ ਪਹਿਲਾ ਵਿਆਹ ਕਿਸੇ ਵੀ ਅਦਾਲਤ ਨੇ ਉਸ ਨੂੰ ਜਿਹੜਾ ਹੈ ਵਾਇਡ ਜਾਂ ਗੈਰ ਕਾਨੂੰਨੀ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਹੈ ਤਾਂ ਜਿਹੜਾ ਹੈ ਪਤੀ ਦੂਸਰਾ ਵਿਆਹ ਕਰਵਾ ਸਕਦਾ ਹੈ। ਔਰ ਦੂਸਰੀ ਹਾਲਾਤ ਇਹ ਹੈ ਜਦੋਂ ਪਤਨੀ ਦਾ 7 ਸਾਲਾਂ ਤੋਂ ਲਾਪਤਾ ਹੈ ਅਤੇ ਉਸ ਦਾ ਕੋਈ ਥੌ ਪਤਾ ਨਹੀਂ ਪਤਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜਾ ਹੈ ਪਤੀ ਦੂਸਰਾ ਵਿਆਹ ਕਰਾ ਸਕਦਾ ਹੈ। ਲੇਕਿਨ ਅੱਜ ਕੱਲ੍ਹ ਸਮਾਜ ਦੇ ਵਿੱਚ ਜਿਸ ਤਰ੍ਹਾਂ ਪਤਨੀ ਕੋਈ
ठीक पत्नी नहीं मिलती और वो कुपत्ती औरत मिल जाती है तो आम तौर पर जोड़े है पति दूसरा विआह करवा लेंदे हन। वो जिहड़ा विआह है वो लुक छिप के करवाते हैं, परंतु जेकर इस चीज़ की पता पहली घरवाली नूं पता लग जाए तो उहदे खिलाफ जिहड़ी है सज़ा वास्ते दरखास्त दे सकती है। उस दे दरम्यान उस पत्नी नूं ये साबित करना पएगा कि मेरे पति ने दूसरा विआह करवा लिता है तो इस करके जिहड़ी है उसनूं सज़ा की जाए। उस दे लई वो सबूतां दे विच उसनूं साबित करना बहुत ज़रूरी है। जेकर वो सबूतां दे विच साबित नहीं कर सकती तो जिहड़ा है पति नूं सज़ा नहीं होवेगी। इसे करके ज़्यादातर जिहड़े लोग हैं जिहड़े पति ने ਉਹ ਜਿਹੜਾ ਹੈ दूसरा ਵਿਆਹ लुक छिप के करा ਲੈਂਦੇ ਹਨ ਅਤੇ ਘਰ ਦੇ ਵਿੱਚ ਘਰਵਾਲੀ ਨੂੰ ਇਸ ਤਰ੍ਹਾਂ ਸ਼ੋਅ ਕਰਦੇ ਹਨ ਜਿਸ ਤਰ੍ਹਾਂ ਕੋਈ ਪੇਇੰਗ ਗੈਸਟ ਰਹਿੰਦਾ ਹੋਵੇ। ਲੇਕਿਨ ਅੱਜ ਕੱਲ੍ਹ ਔਰ ਆਪਣੇ ਸਮਾਜ ਦੇ ਵਿੱਚ ਇਸ ਰਿਸ਼ਤੇ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਕਾਨੂੰਨ ਇਸ ਨੂੰ ਕੋਈ ਮਾਨਤਾ ਦਿੰਦਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਵੱਡੀ ਮੁਸ਼ਕਲ ਆਉਂਦੀ ਹੈ ਉਹ ਇਹ ਮੁਸ਼ਕਲ ਆਉਂਦੀ ਹੈ ਕਿ ਜਿਹੜਾ ਹੈ ਇਸ ਤਰ੍ਹਾਂ ਦੀ ਦਾਤਾ ਲੜਕੀ ਮਿਲਦੀ ਹੈ ਅਤੇ ना ही इदां दा कोई परिवार मिलता है जिहड़ा पहले ही पत्नी दे हुंदियां उसनूं जिहड़ा है दूसरा विआह उहदा कर देण, चोरी छुपे विआह कर देण। क्यों हर औरत चाहती है कि उसका जिहड़ा है कानूनन अख्तियार होना चाहिए है, उसका जिहड़ा जीवन है सुचज्जा होना चाहिए है, परंतु फिर भी किते ना किते अगर ऐसा परिवार मिल जाता है तो जिहड़ा तुसीं दूसरा विआह या छुप के विआह करते हो उसका कोई सबूत ना रखो, ना कोई उहदी फोटो खिचवाओ तो ना ही उस दे बारे कोई अपने सोशल मीडिया ते इस तरह दीयां फोटोआं पाओ, ਤਾਂ ही थोड़ा बचाव हो सकता है। पर इस गल की फिर भी कोई गारंटी नहीं कि जिहड़ी पहली पत्नी है उसनूं पता लगेगा या नहीं लगेगा। जेकर उसनूं पता लगता है तो धारा 494 इंडियन पीनल कोड के तहत तुहाडे खिलाफ जिहड़ी है वह शिकायत कर सकती है। इसे तरह ही जदों भी अगर तुसी इस तरह का कोई लुक छिप के विआह करते हो या कोई इस तरह का स्टैप चुकते हो तो जिहड़ी तुहाडी दूसरी पत्नी है उसनूं इस गल का जरूर दस दिओ भी उसका जिहड़ा है पहला विआह हो चुकिया है, उसकी की पोजीशन है, तलाक होया नहीं होया या फिर वह लापता है, ਜਾਂ ਜਿਹੜੀਆਂ ਦੋ ਸ਼ਰਤਾਂ ਨੇ ਵੀ ਕਿਸੇ ਕਚਹਿਰੀ ਨੇ ਤੁਹਾਡਾ ਵਿਆਹ ਜਿਹੜਾ ਹੈ ਇਲੀਗਲ ਜਾਂ ਨਲ ਐਂਡ ਵਾਇਡ ਘੋਸ਼ਿਤ कर दिता गया है तो इन्हां हालातां दे विच तुसीं दूसरा विआह करवा सकते हो। अगर जेकर तुसीं ये गल जिहड़ी है अपनी दूसरी पत्नी नूं नहीं दसदे और दूसरी पत्नी तुहाडे नाल नाराज़ हो जाती है तो धारा 495 इंडियन पीनल कोड के तहत भी तुहाडे खिलाफ वह दरखास्त दे सकती है जिस दे विच जिहड़ी है 10 साल तक की सज़ा इंसान नूं हो सकती है। इसे करके कानून दे विच जिहड़ा है विआह वाला रिश्ता ही जिहड़ा है लिजिटिमेट या कानूनी मन्निया जाता है। इस तो इलावा जिहड़े होर रिश्ते ने वो गैर कानूनी ने, जिस तरह मैं तुहानूं उपर दस्सिया है दूसरा विआह कराउण वास्ते जिहड़ी है धारा 494 इंडियन पीनल कोड ਅਤੇ धारा 495 इंडियन पीनल कोड ਦੀਆਂ ਲੱਗਦੀਆਂ ਹਨ। ਜੇਕਰ दूसरी पत्नी ਨੂੰ ਤੁਸੀਂ नहीं दस्सिया ਤਾਂ ਵੀ ਜਿਹੜਾ ਹੈ ਤੁਹਾਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਕਰਕੇ ਜਦੋਂ ਵੀ ਕੋਈ ਇਹੋ ਜਿਹਾ ਤੁਸੀਂ ਸਟੈਪ ਚੁੱਕਣਾ ਹੋਵੇ ਬੜੇ ਧਿਆਨ ਨਾਲ ਚੁੱਕਿਓ, ਵਕੀਲ ਨਾਲ ਜਾਂ ਕਿਸੇ ਹੋਰ ਨਾਲ ਜ਼ਰੂਰ ਸਲਾਹ ਕਰ ਲਿਓ, ਕਿਉਂ ਗੈਰ ਕਾਨੂੰਨੀ ਕੰਮ ਹੈ ਜਿਹੜਾ ਜਿਸ ਨੂੰ ਕਾਨੂੰਨ ਮਹੱਤਤਾ ਨਹੀਂ ਦਿੰਦਾ ਉਹ ਗੈਰ ਕਾਨੂੰਨੀ ਹੀ ਰਹੇ। ਤੁਸੀਂ दूसरे विआह बारे सोच रहे हो या करते हो तो इस गल का भी ध्यान रख लियो, क्यों पहली पत्नी जिहड़ी है वो तुहाडा तो खर्चा वसूल कर सकती है और वसूलती है। जेकर पत्नी अडल्टरी दे विच रहिंदी है, पत्नी किसी बॉयफ्रेंड नाल रहिंदी है तो जिहड़ा है तुसी जिहड़ा है मेनटेनेंस देण तो बच सकते हो। उस गल का तुहानूं सबूत देना पएगा जिहड़ी पत्नी है वो अडल्टरी दे विच रहिंदी है। ਅਤੇ ਜੇਕਰ ਤੁਸੀਂ ਅਡਲਟਰੀ ਦੇ ਵਿੱਚ ਰਹਿੰਦੇ ਹੋ, ਤੁਸੀਂ ਚੋਰੀ ਛਿਪੇ ਵਿਆਹ ਕਰਾ ਕੇ ਕਿਸੇ ਹੋਰ ਔਰਤ ਨਾਲ ਰਹਿੰਦੇ ਹੋ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਤੁਹਾਡੇ ਤੇ ਜਿਹੜਾ ਹੈ ਖਰਚਾ लगेगा और पक्का लगेगा। क्यों उस वेले जो लड़की इनकार करती है ਤੁਹਾਡੇ ਨਾਲ ਰਹਿਣ ਵਾਸਤੇ ਤਾਂ ਜਿਹੜਾ उसका ग्राउंड ਜਿਹੜਾ है ਜੈਨੂਇਨ ਮੰਨਿਆ ਜਾਂਦਾ है कि लड़की ने जो इनकार किया है वो ठीक किया है, क्योंकि ਜਿਹੜਾ पति है ਜਿਹੜਾ ਉਹ ਹੋਰ ਕਿਸੇ औरत ਨਾਲ ਰਹਿੰਦਾ है। इस करके अडल्टरी ਦੇ ਵਿੱਚ ਜਿਹੜਾ है ਤੁਹਾਨੂੰ ਜਿਹੜਾ ਜ਼ਰੂਰ ਜਿਹੜਾ है पक्का है भी वो मेनटेनेंस देना ही पेगा। अगर जेकर तुसाडा मेनटेनेंस नहीं लग्या तो कोशिश करो जिहड़ा है दूसरा विआह तुसी ना करवाओ तो ज़्यादा बेहतर है। रही लिव इन रिलेशनशिप की गल, जिहड़ा लिव इन रिलेशनशिप है वो भारत दे विच दा नहीं है, इहदा जिहड़ा कंसैप्ट है बाहरले देशों दे विचों आया है। इसलिए
ਭਾਰਤ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਲਈ ਕੋਈ ਕਾਨੂੰਨ ਸਰਕਾਰ ਨੇ ਅਜੇ ਤੱਕ ਨਹੀਂ ਬਣਾਇਆ। ਜੋ ਵੀ ਉੱਪਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਜੋ ਫੈਸਲੇ ਕੀਤੇ ਹਨ ਉਹਨਾਂ ਦੇ ਵਿੱਚ ਹੀ ਲਿਵ ਇਨ ਰਿਲੇਸ਼ਨਸ਼ਿਪ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਹੈ ਅਤੇ ਕੁਝ ਉਹਨਾਂ ਦੇ ਵਿੱਚ ਰਾਈਟਸ ਲੜਕੀ ਵਾਸਤੇ ਤੇ ਓਬਲੀਗੇਸ਼ਨਸ ਜਿਹੜੇ ਬਣਾਏ ਨੇ। ਇਸ ਜੋ ਕਿਉਂਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੋ ਵੀ ਜੱਜਮੈਂਟਸ ਦਿੰਦੀਆਂ ਹਨ ਉਹਨਾਂ ਨੂੰ ਕਾਨੂੰਨ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਲਿਵ ਇਨ ਰਿਲੇਸ਼ਨਸ਼ਿਪ ਹੁੰਦਾ ਕੀ ਹੈ? ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਦੋ ਬਾਲਗ ਇਨਸਾਨ ਆਪਣੀ ਮਰਜ਼ੀ ਨਾਲ ਇੱਕ ਘਰ ਦੇ ਵਿੱਚ ਇਕੱਠੇ ਰਹਿ ਸਕਦੇ ਹਨ, ਉਸ ਨੂੰ ਲਿਵ ਇਨ ਰਿਲੇਸ਼ਨਸ਼ਿਪ ਕਿਹਾ ਜਾਂਦਾ ਹੈ। ਜਦੋਂ ਦੋ ਬਾਲਗ ਇਨਸਾਨ ਇਕੱਠੇ ਇੱਕ ਘਰ ਦੇ ਵਿੱਚ ਰਹਿੰਦੇ ਹਨ, ਬਤੌਰ ਪਤੀ ਪਤਨੀ ਰਹਿੰਦੇ ਹਨ, ਤਾਂ ਜਿਹੜਾ ਹੈ ਇਸ ਨੂੰ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦਾ ਹੈ। ਇਸੇ ਨੂੰ ਹੀ ਲਿਵ ਇਨ ਰਿਲੇਸ਼ਨਸ਼ਿਪ ਕਿਹਾ ਜਾਂਦਾ ਹੈ। ਜਿਹੜੀਆਂ ਸਾਡੀਆਂ ਅਦਾਲਤਾਂ ਨੇ, ਮਾਨਯੋਗ ਸੁਪਰੀਮ ਕੋਰਟ, ਹਾਈ ਕੋਰਟ, ਨਾ ਤਾਂ ਇਸ ਰਿਸ਼ਤੇ ਨੂੰ ਜਿਹੜਾ ਹੈ ਪ੍ਰੋਤਸਾਹਨ ਕਰਦੀਆਂ ਨੇ, ਨਾ ਤਾਂ ਇਸ ਨੂੰ ਮੰਨਦੀਆਂ ਨੇ ਤੇ ਨਾ ਹੀ ਇਸ ਨੂੰ ਜਿਹੜਾ ਕਹਿੰਦੀਆਂ ਨੇ ਵੀ ਇਹ ਗੈਰ ਕਾਨੂੰਨੀ ਹੈ। ਅਗਰ ਕੋਈ ਲੜਕੀ ਐਡਲਟਰੀ ਦੇ ਵਿੱਚ ਰਹਿੰਦੀ ਹੈ ਤਾਂ ਪਹਿਲਾਂ ਉਸ 'ਤੇ ਜਿਹੜਾ ਕੇਸ ਸੀਗਾ ਧਾਰਾ 497 ਇੰਡੀਅਨ ਪੀਨਲ ਕੋਡ ਦੇ ਤਹਿਤ ਲੱਗ ਜਾਂਦਾ ਸੀ ਤੇ ਉਸ ਨੂੰ ਐਡਲਟਰੀ ਦੀ ਸਜ਼ਾ ਹੁੰਦੀ ਸੀ। ਪਰ ਹੁਣ ਧਾਰਾ 497 ਹੈ ਉਹ ਜਿਹੜੀ ਸੁਪਰੀਮ ਕੋਰਟ ਨੇ ਖਤਮ ਕਰ ਦਿੱਤੀ ਹੈ। ਇਸ ਕਰਕੇ ਅਗਰ ਕੋਈ ਲੜਕੀ ਅਡਲਟਰੀ ਦੇ ਵਿੱਚ ਰਹਿੰਦੀ ਹੈ ਤਾਂ ਉਸ 'ਤੇ ਜਿਹੜੀ ਹੈ ਕੋਈ ਉਸ ਨੂੰ ਸਜ਼ਾ ਨਹੀਂ ਹੋਵੇਗੀ, ਪਰੰਤੂ ਸਿਰਫ ਜਿਹੜਾ ਹੈ ਉਸਦਾ ਪਤੀ ਇਸ ਤੋਂ ਇੱਕ ਫਾਇਦਾ ਉਠਾ ਸਕਦਾ ਹੈ ਕਿ ਉਹ ਤਲਾਕ ਲਈ ਅਪਲਾਈ ਕਰ ਸਕਦਾ ਹੈ ਅਤੇ ਉਸ ਨੂੰ ਮੇਨਟੇਨੈਂਸ ਵੀ ਨਹੀਂ ਦੇਣਾ ਪਏਗਾ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਹੜੀ ਲੜਕੀ ਹੈ ਉਹ ਪਤੀ ਦੀ ਕੋਈ ਸੰਪਤੀ ਨਹੀਂ ਹੈ ਤੇ ਨਾ ਹੀ ਪਤੀ ਦੀ ਜਿਹੜੀ ਹੈ ਉਹ ਗੁਲਾਮ ਹੈ। ਉਹ ਜਿਸ ਤਰ੍ਹਾਂ ਚਾਹੇ, ਜਿੱਥੇ ਚਾਹੇ, ਜਿਸ ਨਾਲ ਚਾਹੇ ਉਹ ਰਹਿ ਸਕਦੀ ਹੈ। ਇਸੇ ਕਰਕੇ ਅਗਰ ਪਤੀ ਕਿਸੇ ਨਾਲ ਰਹਿਣਾ ਚਾਹੇ ਤਾਂ ਰਹਿ ਸਕਦਾ ਹੈ, ਲੇਕਿਨ ਜਿਹੜੀ ਹੈ ਦੋਨੇ ਰਜ਼ਾਮੰਦੀ ਨਾਲ ਰਹਿਣ। ਅਤੇ ਜੋ ਲੜਕੀ ਤੁਹਾਡੇ ਨਾਲ ਰਹਿ ਰਹੀ ਹੈ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਸ਼ਾਦੀशुदा ਹੋ। ਅਗਰ ਇਹ ਹਾਲਾਤ ਹੋ ਜਾਂਦੇ ਹੈ ਤਾਂ ਜਿਹੜੀ ਲੜਕੀ ਹੈ ਉਸ ਨੂੰ ਪਤਾ ਹੋਏਗਾ ਕਿ ਤੁਸੀਂ ਪਹਿਲਾਂ ਸ਼ਾਦੀशुदा ਹੋ। ਇਹ ਕੋਈ ਜੁਰਮ ਨਹੀਂ ਹੈ, ਇਸ ਨੂੰ ਅਦਾਲਤ ਤੁਹਾਨੂੰ ਇਸ ਦੇ ਵਿੱਚ ਸਜ਼ਾ ਨਹੀਂ ਦੇਵੇਗੀ। ਇਹਦੇ ਵਿੱਚ ਹੋਏਗਾ ਕਿ ਜਿਹੜੀ ਪਤਨੀ ਹੈ ਤੁਹਾਡੀ ਉਹ ਤੁਹਾਡੇ ਤੋਂ ਤਲਾਕ ਲੈ ਸਕਦੀ ਹੈ ਅਤੇ ਤੁਹਾਨੂੰ ਜਿਹੜਾ ਹੈ ਪਤਨੀ ਨੂੰ ਜਿਹੜਾ ਹੈ ਪਹਿਲੀ ਪਤਨੀ ਨੂੰ ਮੁਆਵਜ਼ਾ ਦੇਣਾ ਪਏਗਾ। ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਕੀਤਾ ਹੋਇਆ ਹੈ ਕਿ ਜਿਹੜੇ ਲਿਵ ਇਨ ਰਹਿੰਦੇ ਨੇ, ਕਪਲ ਜਿਹੜੇ ਲਿਵ ਇਨ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਜਿਹੜਾ ਰਾਈਟ ਟੂ ਲਾਈਫ ਜਿਹੜਾ ਹੈਗਾ ਆਰਟੀਕਲ 21 ਕਨਸਟੀਟਿਊਸ਼ਨ ਆਫ ਇੰਡੀਆ ਦੇ ਘੇਰੇ ਦੇ ਵਿੱਚ ਆਉਂਦਾ ਹੈ। ਉਹ ਜਿਵੇਂ ਆਪਣੀ ਆਜ਼ਾਦ ਮਰਜ਼ੀ ਨਾਲ ਰਹਿਣਾ ਚਾਹਣ ਰਹਿ ਸਕਦੇ ਹਨ। ਫਿਰ ਵੀ ਕਈ ਅਦਾਲਤਾਂ ਨੇ ਇਸ ਗੱਲ ਨੂੰ ਉਹਨਾਂ ਲੜਕੀਆਂ ਨੂੰ ਬਚਾਉਣ ਦੀ ਖਾਤਰ ਜਿਹੜੀਆਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਨੇ ਤਾਂ ਜਿਹੜਾ ਹੈ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਉਹ ਆਪਣੇ ਪਤੀ ਦੇ ਖਿਲਾਫ ਜਾਂ ਬॉयਫ੍ਰੈਂਡ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰ ਸਕਦੀ ਹੈ। ਹੁਣ ਜਿਹੜੇ ਕੁਝ ਅਧਿਕਾਰ ਜਿਹੜੇ ਨੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੇ ਹੈ ਕੁੜੀਆਂ ਨੂੰ ਦਿੱਤੇ ਗਏ ਹਨ, ਪਰੰਤੂ ਇਹ ਜਿਹੜੇ ਅਧਿਕਾਰ ਹੈ ਉਸ ਲੜਕੀ ਨੂੰ ਨਹੀਂ ਹਨ ਜਿਹੜੀ ਉਹ ਜਾਣਬੁੱਝ ਕੇ ਰਹਿੰਦੀ ਹੈ ਵੀ ਜਿਹੜਾ ਮੇਰਾ ਪਤੀ ਹੈ ਉਹ ਆਲਰੇਡੀ ਵਿਆਹਿਆ ਹੋਇਆ ਹੈ। ਅਗਰ ਕੋਈ ਸ਼ਾਦੀशुदा ਬੰਦਾ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਹੈ, ਕੋਈ ਵੀ ਅਦਾਲਤ ਉਸ ਨੂੰ ਮਾਨਤਾ ਨਹੀਂ ਦਿੰਦੀ। ਇਹ ਜਿਹੜਾ ਹੈ ਕਾਨੂੰਨ ਦੇ ਵਿੱਚ ਮੰਨਣਯੋਗ ਰਿਸ਼ਤਾ ਨਹੀਂ ਮੰਨਿਆ ਜਾਂਦਾ ਹੈ। ਇਸ ਕਰਕੇ ਜਿਹੜੀਆਂ ਹੈ ਕਈ ਅਦਾਲਤਾਂ ਨੇ, ਹਾਈ ਕੋਰਟਸ ਨੇ, ਜਿਸ ਤਰ੍ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਉਹਨਾਂ ਜੋੜਿਆਂ ਨੂੰ ਜਿਹੜਾ ਹੈ ਪ੍ਰੋਟੈਕਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜਿਹੜੀ ਜੋ ਅੱਜ ਦੀ ਵੀਡੀਓ ਬਣਾਈ ਹੈ, ਜੋ ਮੈंने ਦੂਸਰੇ ਵਿਆਹ ਔਰ ਲਿਵ ਇਨ ਰਿਲੇਸ਼ਨਸ਼ਿਪ ਬਾਰੇ ਤੁਹਾਡੇ ਨਾਲ ਜ਼ਿਕਰ ਕੀਤਾ ਹੈ, ਇਸ ਨੂੰ ਬੜੇ ਧਿਆਨ ਨਾਲ ਸੁਣਿਓ। ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰਿਓ, ਅੱਗੇ ਸ਼ੇਅਰ ਵੀ ਕਰਿਓ ਅਤੇ ਨਾਲ ਹੀ ਮੇਰੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮੈਂ ਤੁਹਾਨੂੰ ਅੱਗੇ ਵੀ ਲਾਅ ਦੇ ਨਾਲ ਸੰਬੰਧਿਤ ਜਿਹੜੀਆਂ ਹੈ ਵੀਡੀਓਜ਼ ਪਾਉਂਦਾ ਰਹਾਂਗਾ, ਕਿਉਂਕਿ ਆਮ ਆਦਮੀ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ। ਆਮ ਆਦਮੀ ਜਿਹੜਾ ਹੈ ਇੱਧਰੋਂ ਉੱਧਰੋਂ ਸੁਣ ਕੇ ਤਾਂ ਉਹਨਾਂ ਅਫਵਾਹਾਂ 'ਤੇ ਵਿਸ਼ਵਾਸ ਕਰ ਲੈਂਦਾ ਹੈ। ਇਹਨਾਂ ਗੱਲਾਂ 'ਤੇ ਕਦੇ ਵੀ ਨਾ ਵਿਸ਼ਵਾਸ ਕਰਿਓ। ਕਾਨੂੰਨ ਦੇ ਦਾਇਰੇ ਵਿੱਚ ਜੋ ਗੈਰ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਹੀ ਰਹੇਗਾ। ਉਸ ਦੀ ਜਿਹੜੀ ਹੈ ਸਜ਼ਾ ਮਿਲ ਸਕਦੀ ਹੈ, ਜਿਸ ਤਰ੍ਹਾਂ ਮੈंने ਤੁਹਾਨੂੰ ਉੱਪਰ ਦੱਸਿਆ ਹੈ।
ਕਈਆਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਕਈ ਬੰਦੇ ਦੋ ਦੋ ਵਿਆਹ ਕਰਾ ਕੇ ਜਾਂ ਜੇ ਕਿਹੜੀ ਮਸ਼ਹੂਰ ਬੰਦੇ ਕਈ ਵਿਆਹ ਕਰਾ ਕੇ ਆਪਣੀਆਂ ਪਤਨੀਆਂ ਨਾਲ ਰਹੀ ਜਾਂਦੇ ਹਨ, ਉਹ ਸਿਰਫ ਉਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਹਨ ਜਿੱਥੇ ਉਹਨਾਂ ਦਾ ਆਪਸ ਦੇ ਵਿੱਚ ਇੱਕ ਪ੍ਰੇਮ ਪਿਆਰ ਬਣਿਆ ਹੋਇਆ ਹੈ। ਪਤਨੀ ਜਿਹੜੀ ਹੈ ਜਿਹੜੀਆਂ ਪਹਿਲੀਆਂ ਪਤਨੀਆਂ ਨੇ ਉਹ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀਆਂ, ਇਸ ਕਰਕੇ ਜਿਹੜਾ ਹੈ ਉਸ ਰਿਸ਼ਤੇ ਨੂੰ ਜਿਹੜੀ ਹੈ ਮਨਜ਼ੂਰੀ ਮਿਲੀ ਰਹਿੰਦੀ ਹੈ ਅਤੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ। ਸਿਰਫ ਇਸ ਕਰਕੇ ਸਜ਼ਾ ਨਹੀਂ ਮਿਲਦੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ। ਲੇਕਿਨ ਵਿਆਹਿਆ ਹੋਇਆ ਆਦਮੀ ਜੇਕਰ ਕਿਸੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਹੈ ਤਾਂ ਕਾਨੂੰਨ ਉਸ ਨੂੰ ਨਹੀਂ ਮੰਨਦਾ। ਇਹ ਜਿਹੜਾ ਹੈ ਰਿਸ਼ਤਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਹਾਂ, ਕੁਝ ਫੈਸਲਿਆਂ ਨੇ ਦੋ ਜਿਹੜੇ ਅਨਮੈਰਿਡ ਅਡਲਟ ਨੇ ਇਕੱਠੇ ਰਹਿ ਸਕਦੇ ਨੇ, ਉਸ ਲਿਵ ਇਨ ਰਿਲੇਸ਼ਨਸ਼ਿਪ ਨੂੰ ਜਿਹੜਾ ਹੈ ਅਦਾਲਤਾਂ ਨੇ ਗੈਰ ਕਾਨੂੰਨੀ ਨਹੀਂ ਕਿਹਾ।